ਅੱਜ ਦਾ ਆਪਣਾ ਰਾਈਟਿੰਗ ਦਾ ਟਾਸਕ 2 ਹੈ। ਕਹਿੰਦੇ ਇਨ ਮੈਨੀ workplaces online communication is now more common than face to face meetings. Do the advantages of this trend outweigh the disadvantages? ਕਹਿੰਦੇ ਕਿ ਕਾਫੀ ਸਾਰੀਆਂ ਵਰਕ ਪਲੇਸਿਸ ਦੇ ਵਿੱਚ ਜਿਹੜਾ ਆਨਲਾਈਨ ਕਮਿਊਨੀਕੇਸ਼ਨ ਆ ਇਹ ਬਹੁਤ ਜ਼ਿਆਦਾ ਕਾਮਨ ਹੋ ਗਿਆ ਵਾ ਫੇਸ ਟੂ ਫੇਸ ਮੀਟਿੰਗਸ ਦੇ ਨਾਲੋਂ, ਕਿ ਲੋਕੀ ਅੱਜ ਕੱਲ੍ਹ ਆਨਲਾਈਨ ਜ਼ਿਆਦਾ ਮੀਟਿੰਗ ਕਰਦੇ ਆ ਬਟ ਫੇਸ ਟੂ ਫੇਸ ਮਿਲਦੇ ਨਹੀਂ ਹੈਗੇ ਇੱਕ ਦੂਜੇ ਨੂੰ। ਹੁਣ ਦੱਸੋ ਇਸ ਟਰੈਂਡ ਦਾ, ਜਾਣੀ ਜਿੱਦਾਂ ਆਨਲਾਈਨ ਟਰੈਂਡ ਹੋ ਗਿਆ ਵਾ ਸਾਰਾ ਇਹਦੀ ਐਡਵਾਂਟੇਜਸ ਦੱਸਣੀਆਂ ਤੇ ਡਿਸਐਡਵਾਂਟੇਜ ਦੱਸਣੇ। ਇੱਕ ਲੇਖੇ ਦੇ ਨਾਲ ਆਪਾਂ ਇਹਦੇ ਵਿੱਚ ਦੱਸਣਾ ਕਿ ਜਿਹੜੀਆਂ ਐਡਵਾਂਟੇਜਸ ਜ਼ਿਆਦਾ ਨੇ, ਡਿਸਐਡਵਾਂਟੇਜਸ ਦੇ ਨਾਲ ਬਸ ਆਹੀ ਆਪਾਂ ਇਹਦੇ ਵਿੱਚ ਚੀਜ਼ ਦੱਸਣੀ ਹੈ। ਹੁਣ ਦੇਖੋ ਇਹਦੇ ਵਿੱਚ ਆਪਾਂ ਲਿਖਾਂਗੇ ਸਭ ਤੋਂ ਪਹਿਲੇ ਨੰਬਰ 'ਤੇ ਸਾਨੂੰ ਪਤਾ ਕਿ ਫਸਟ ਇਹਦੇ ਵਿੱਚ ਤਾਂ 2 ਬੋਡੀ ਪੈਰਾਗ੍ਰਾਫ ਬਣਨੇ, ਠੀਕ ਆ। ਇੱਕ ਦੇ ਵਿੱਚ ਆਪਾਂ ਐਡਵਾਂਟੇਜ ਦੱਸਾਂਗੇ, ਇੱਕ 'ਚ ਆਪਾਂ ਡਿਸਐਡਵਾਂਟੇਜ ਦੱਸਾਂਗੇ। ਉਸ ਤੋਂ ਬਾਅਦ 'ਚ ਆਪਾਂ ਰਿਜ਼ਲਟ ਬਣਾਵਾਂਗੇ। ਉਸ ਤੋਂ ਸਾਰਿਆਂ ਤੋਂ ਪਹਿਲਾਂ ਆਪਣੀ ਇਹਦੇ ਵਿੱਚ ਬਣੂਗੀ ਇੰਟਰੋਡਕਸ਼ਨ। ਜਿਹੜੀ ਇੰਟਰੋਡਕਸ਼ਨ ਬਣਾਉਣੀ ਉਹਦੇ ਵਿੱਚ ਤੁਸੀਂ ਲਿਖੋਗੇ ਕਿ ਇਨ ਦਿਸ ਕੰਟੈਂਪਰਰੀ ਐਰਾ ਵਿਦ ਦੀ ਐਡਵਾਂਸਮੈਂਟ ਆਫ ਟੈਕਨੋਲੋਜੀ ਆਨਲਾਈਨ ਕਮਿਊਨੀਕੇਸ਼ਨ ਹੈਜ਼ ਬੀਨ ਇਨਕਰੀਜ਼ਡ, ਠੀਕ ਆ, ਜਾਂ ਆਨਲਾਈਨ ਕਮਿਊਨੀਕੇਸ਼ਨ ਹੈਜ਼ ਬੀਨ ਇਨਕਰੇਜਡ। ਕਿ ਵੀ ਹੋਇਆ ਕੀ ਆ ਕਿ ਅੱਜ ਕੱਲ੍ਹ ਦੇ ਇਸ ਕੰਟੈਂਪਰਰੀ ਯੁੱਗ ਦੇ ਵਿੱਚ ਨਾ ਕੰਟੈਂਪਰਾਈਜੇਸ਼ਨ ਹੋਣ ਦੇ ਨਾਲ ਕੀ ਹੋਇਆ ਕਿ ਹਰ ਇੱਕ ਚੀਜ਼ ਐਡਵਾਂਸ ਹੋ ਚੁੱਕੀ ਆ ਅਤੇ ਉਹਦੇ ਨਾਲ ਜਿਹੜੀ ਆਨਲਾਈਨ ਕਮਿਊਨੀਕੇਸ਼ਨ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਆਇਆ ਵਾ। ਐਂਡ ਇਨ ਕੰਪੈਰੀਜ਼ਨ ਟੂ ਇਟ ਦੀ ਆਫਲਾਈਨ ਮੀਟਿੰਗਸ ਹੈਜ਼ ਬੀਨ ਡਿਕਰੀਜ਼ਡ, ਠੀਕ ਆ। ਇਹਦੇ ਕੰਪੈਰੀਜ਼ਨ 'ਚ ਜਿਹੜੀ ਆਫਲਾਈਨ ਮੀਟਿੰਗਸ ਨੇ ਉਹ ਘੱਟ ਗਈਆਂ। ਹੁਣ ਹੋਇਆ ਕੀ ਆ ਟੋਟਲੀ, ਜੇ ਮੈਂ ਦੱਸਾਂ ਤੁਹਾਨੂੰ ਕਿ ਜਿਹੜਾ ਕਮਿਊਨੀਕੇਸ਼ਨ ਆ ਹੈ ਨਾ, ਜਿਹੜਾ ਆਪਣਾ ਤੁਸੀਂ ਕਹਿ ਲਓ ਕਿ ਵੀ ਆਨਲਾਈਨ ਕਮਿਊਨੀਕੇਸ਼ਨ ਉਹ ਵੱਧ ਗਿਆ ਅਤੇ ਜਿਹੜਾ ਆਫਲਾਈਨ ਕਮਿਊਨੀਕੇਸ਼ਨ ਉਹ ਘੱਟ ਗਿਆ ਵਾ। ਦਿਸ ਐਸੇ ਸ਼ੈਲ ਡਿਸਕਸ ਦੀ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਆਫ ਦਿਸ ਟਰੈਂਡ ਜਾਂ ਆਫ ਦਿਸ ਟੈਂਡੈਂਸੀ, ਠੀਕ ਆ। ਇਹਦੇ ਵਿੱਚ ਆਪਾਂ ਲਿਖਾਂਗੇ ਵੀ ਜਿਹੜਾ ਇਹ ਐਸੇ ਆ ਇਹ ਡਿਸਕਸ ਕਰੂਗਾ ਇਸ ਟੈਂਡੈਂਸੀ, ਇਸ ਰੁਝਾਨ ਟਰੈਂਡ ਹੁੰਦਾ, ਇਸ ਟਰੈਂਡ ਦਾ ਐਡਵਾਂਟੇਜ ਅਤੇ ਡਿਸਐਡਵਾਂਟੇਜ ਆਉਣ ਵਾਲੇ ਬੋਡੀ ਪੈਰਾਗ੍ਰਾਫ ਦੇ ਵਿੱਚ ਡਿਸਕਸ ਕਰੂਗਾ ਕਿ ਕੀ ਹੈ ਇਹ ਕੰਮ, ਕੀ ਨਹੀਂ, ਠੀਕ ਆ। ਜਾਣੀ ਸਿੱਧਾ ਜੇ ਆਪਾਂ ਇੰਟਰੋਡਕਸ਼ਨ 'ਚ ਗਈਏ ਆਪਾਂ ਇਹ 'ਚ ਲਿਖਣਾ ਵੀ ਅੱਜ ਦੇ ਟਾਈਮ ਦੇ ਵਿੱਚ ਹੋਇਆ ਕੀ ਆ ਕਿ ਐਰਾ ਕੰਟੈਂਪਰਰੀ ਹੋ ਗਿਆ ਵਾ, ਐਡਵਾਂਸਮੈਂਟ ਵੱਧ ਗਈ ਆ, ਉਹਦੇ ਨਾਲ ਕੀ ਹੋਇਆ ਵਾ ਜਿਹੜੀ ਕਮਿਊਨੀਕੇਸ਼ਨ ਆ ਉਹ ਆਨਲਾਈਨ ਹੋ ਗਿਆ, ਆਫਲਾਈਨ ਘੱਟ ਗਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਨਾ ਇਹਦੇ ਵਿੱਚ ਫਸਟ ਬੋਡੀ ਪੈਰਾਗ੍ਰਾਫ ਡਿਫਾਈਨ ਕਰਾਂਗੇ। ਹੁਣ ਦੇਖੋ ਫਸਟ ਬੋਡੀ ਪੈਰਾਗ੍ਰਾਫ 'ਚ ਆਪਾਂ ਡਿਫਾਈਨ ਕੀ ਕਰਨਾ, ਆਪਾਂ ਇਹਦੀ ਐਡਵਾਂਟੇਜਸ ਦੱਸਣੀਆਂ ਨੇ ਕਿ ਆਨਲਾਈਨ ਐਜੂਕੇਸ਼ਨ ਕਹਿ ਲਓ ਹੋ ਗਈ ਹੈ ਨਾ, ਆਨਲਾਈਨ ਕਮਿਊਨੀਕੇਸ਼ਨ ਦੇ ਕਰਕੇ ਆਨਲਾਈਨ ਐਜੂਕੇਸ਼ਨ ਹੋ ਗਈ, ਆਨਲਾਈਨ ਸ਼ਾਪਿੰਗ ਹੋ ਗਈ, ਅਤੇ ਆਹ ਸਾਰੀਆਂ ਚੀਜ਼ਾਂ ਆਨਲਾਈਨ ਹੋ ਗਈਆਂ ਅਤੇ ਇਹਨਾਂ ਦੇ ਐਡਵਾਂਟੇਜਸ ਬਹੁਤ ਨੇ। ਹੁਣ ਜਿੱਦਾਂ ਐਡਵਾਂਟੇਜ ਦੇ ਤੌਰ 'ਤੇ ਆਪਾਂ ਕਹਾਂਗੇ ਕਿ ਆਪਾਂ ਸਿੱਧਾ ਐਡਵਾਂਟੇਜ ਨਹੀਂ ਲਿਖਣੀ, ਆਪਾਂ ਪਹਿਲਾਂ ਲਿਖਾਂਗੇ ਕਿ ਆਨਲਾਈਨ ਹੋਇਆ ਕਰਦੇ ਆ ਅਤੇ ਕੀ ਲੋੜ ਪੈ ਗਈ। ਆਪਾਂ ਲਿਖਾਂਗੇ ਟੂ ਕਮੈਂਸ ਕੌਮਾ with the advancement of technology the online communication was available in the market but it was mandatory, ठीक है, या कह सकते हो कि it was mandatory in the lockdown period, या it was recommended by each and every authority of every sector in 2019 and 20 because of corona pandemic, where each and every country was shut down and nobody was allowed to go out from their home. That was a time when each and every person was doing shopping online, education online, as well as meetings online. That was a time when each and every person was able to do work from their home just because of the online communication, ठीक है। ये चीज़ लिख देनी है कि ਵੀ ਹੋਇਆ ਕੀ ਵੀ ਜਿਹੜੀ ਟੈਕਨੋਲੋਜੀ ਸੀਗੀ ਉਹ ਤਾਂ ਕਾਫੀ ਟਾਈਮ ਤੋਂ ਪ੍ਰੈਜ਼ੈਂਟ ਸੀਗੀ ਸਾਡੇ ਇਸ ਟਾਈਮ ਇਹਦੇ ਵਿੱਚ, ਇਸ ਜ਼ਮਾਨੇ ਦੇ ਵਿੱਚ ਜਿਹੜੀ ਆਨਲਾਈਨ ਕਮਿਊਨੀਕੇਸ਼ਨ ਦੀ ਟੈਕਨੋਲੋਜੀ ਸੀਗੀ। ਬਟ ਜਿੱਦਾਂ ਕਰੋਨਾ ਆਇਆ, ਕਰੋਨਾ ਆਉਣ ਦੇ ਸਾਰ ਹੀ ਹਰੇਕ ਇੱਕ ਅਥਾਰਟੀ ਨੇ ਆਹ ਕਨਫਰਮ ਕਰਤਾ ਕਿ ਸਾਰੀਆਂ ਚੀਜ਼ਾਂ ਆਨਲਾਈਨ ਹੋਣਗੀਆਂ ਕਰੋਨਾ ਦੇ ਕਰਕੇ। ਹੁਣ ਜਦ ਉਹ ਚੀਜ਼ਾਂ ਨੂੰ ਕੀਤਾ ਗਿਆ ਵੀ ਹਾਂ ਸਾਰੀਆਂ ਚੀਜ਼ਾਂ ਆਨਲਾਈਨ ਹੋਣਗੀਆਂ ਤਾਂ ਫਿਰ ਕੀ ਹੋਇਆ, ਲੋਕਾਂ ਨੇ ਪੋਟੈਂਸ਼ੀਅਲ ਦੇਖਿਆ ਹੈ ਨਾ। People saw the potential in online communication that they can save time, efforts as well as money, ਠੀਕ ਆ। ਉਹਨਾਂ ਨੇ ਦੇਖਿਆ ਕਿ ਇਹਦੇ ਵਿੱਚ ਅਸੀਂ ਪੈਸਾ ਬਚਾ ਸਕਦੇ ਹਾਂ, ਸਮਾਂ ਬਚਾ ਸਕਦੇ ਹਾਂ, ਨਾਲ ਦੀ ਨਾਲ ਆਪਣੇ ਐਫਰਟਸ ਬਚਾ ਸਕਦੇ ਹਾਂ ਆਨਲਾਈਨ ਕਮਿਊਨੀਕੇਸ਼ਨ ਕਰਕੇ। ਬਿਕੋਜ਼
if they want to shop anything from the market, they don't have to go to the shop directly. They can just go to the Amazon, Flipkart and any other e-commerce website, and they can just shop each and everything. And also, as most of the people are buying from that site, that the owners of that companies are getting richer and richer, which is creating a lot of effect on the GDP of each and every country, as well as that companies are big companies and they can provide enormous discounts to the people who want to buy products. ठीक है ना। ਹੁਣ ਇਹਦੇ ਵਿੱਚ ਕੀ ਆ ਕਿ ਲੋਕੀ ਜਿੱਦਾਂ ਆਨਲਾਈਨ ਜਾ ਸਕਦੇ, ਆਨਲਾਈਨ ਜਾ ਕੇ ਆਪਣੀਆਂ ਚੀਜ਼ਾਂ ਕੋਈ ਵੀ ਖਰੀਦ ਸਕਦੇ ਹੋ। ਦੇਖੋ ਹੁਣ ਜੇ ਕੋਈ ਬੰਦਾ ਚੀਜ਼ ਖਰੀਦਦਾ ਪਿਆ, ਹੁਣ ਜਿਹੜੀ ਚੀਜ਼ ਇੱਕੋ ਥਾਂ ਤੋਂ ਸਾਰੇ ਬੰਦੇ ਖਰੀਦਦੇ ਰਹੇ ਨੇ ਨਾ, ਫਿਰ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਕੰਪਨੀ ਦਾ ਮਾਲਕ ਉਹ ਅਮੀਰ ਹੋਇਆ, ਉਹਦੇ ਨਾਲ ਉਹਨੇ ਟੈਕਸ ਵੱਧ ਘਟਾਇਆ, ਸਰਕਾਰਾਂ ਦੇ ਕੋਲ ਪੈਸਾ ਗਿਆ। ਦੂਜੇ ਨੰਬਰ ਦੇ ਉੱਤੇ ਹੁਣ ਉਹ ਕੰਪਨੀ ਅਮੀਰ ਹੋਈ ਆ ਤੇ ਹੁਣ ਉਹ ਕੰਪਨੀ ਏਬਲ ਆ ਲੋਕਾਂ ਨੂੰ ਡਿਸਕਾਊਂਟ ਦੇਣ ਦੇ, ਤੇ ਉੱਥੇ ਆਪਾਂ ਨੂੰ ਵੱਧ ਡਿਸਕਾਊਂਟ ਮਿਲਦਾ ਲੋਕਲ ਮਾਰਕੀਟ ਦੇ ਨਾਲ। ਇੱਕ ਤਾਂ ਇਹ ਆਨਲਾਈਨ ਦਾ ਲਾ ਸਕਦੇ ਹਾਂ, ਇਹ ਐਡਵਾਂਟੇਜ ਆ। ਸੈਕਿੰਡਲੀ ਕਹਿੰਦੇ ਆਪਾਂ ਐਜੂਕੇਸ਼ਨ ਦੀ ਐਡਵਾਂਟੇਜ ਕਹਿ ਦੇਣੀ ਹੈ ਨਾ। ਸੈਕਿੰਡਲੀ ਆਨਲਾਈਨ ਕਮਿਊਨੀਕੇਸ਼ਨ ਇਜ਼ ਮਚ beneficial in education as people ਕਹਿ ਦੋ ਜਾਂ people who were not able to get education just because of high fees nowadays are able to get each and every type of education through online classes, because in the format of online classes where due to the building it was a restriction that only certain amount of people can be taught at the same time, but nowadays this trend has been changed and in one meeting near about 1000 to 10,000 people can be indulged। ਠੀਕ ਆ। ਹੁਣ ਇਹਦੇ ਵਿੱਚ ਆਪਾਂ ਕੀ ਕਹਾਂਗੇ ਵੀ ਆਨਲਾਈਨ ਕਮਿਊਨੀਕੇਸ਼ਨ ਹੋਇਆ ਜਿਹੜਾ ਵਾ, ਆਨਲਾਈਨ ਕਮਿਊਨੀਕੇਸ਼ਨ ਦੇ ਨਾਲ ਕੀ ਹੋਇਆ ਵਾ ਵੀ ਜਿਹੜਾ ਲੋਕੀ ਇੱਕ ਥਾਂ ਤੋਂ ਆ ਨਾ, ਜਿੱਦਾਂ ਇੱਕ ਉਹਦੇ ਵਿੱਚ ਕਰਦੇ ਸੀਗੇ, ਆਪਣੇ ਪੈਸੇ ਨਹੀਂ ਦੇ ਸਕਦੇ ਸੀਗੇ ਲੋਕੀ ਬਿਨਾਂ ਹੈ ਨਾ ਵੀ ਘੱਟ ਰੁਪਈਏ ਹੁੰਦੇ ਸੀ ਉਹਨਾਂ ਕੋਲ, ਤੇ ਜਿਹੜਾ ਉਹ ਕੋਰਸ ਕਰਨਾ ਚਾਹੁੰਦੇ ਸੀ ਮਹਿੰਗਾ ਹੁੰਦਾ ਸੀਗਾ, ਕਿਉਂਕਿ ਉਹ ਕੋਰਸ ਦੇ ਵਿੱਚ ਜਿਹੜੇ ਪੜ੍ਹਨ ਵਾਲੇ ਜਵਾਕ ਸੀ ਉਹ ਥੋੜ੍ਹੇ ਹੁੰਦੇ ਸੀਗੇ। ਬਟ ਹੁਣ ਜਿਉਂ ਕਿ ਨਾ ਉਹ ਕੋਰਸ ਦੇ ਵਿੱਚ ਪੜ੍ਹਨ ਵਾਲੇ ਜਵਾਕ ਵੱਧ ਗਿਆ, ਜਿੱਥੇ ਲੱਖ ਰੁਪਈਆ ਫੀਸ ਹੁੰਦੀ ਸੀ ਉੱਥੇ 10,000 ਰੁਪਈਆ ਫੀਸ ਹੋ ਚੁੱਕੀ ਆ, ਤੇ ਹੁਣ ਉਹਦੇ ਕਰਕੇ ਵੀ ਉਹ ਆਨਲਾਈਨ ਪੜ੍ਹ ਸਕਦੇ ਆ। ਬਹੁਤ ਵੱਡੀ ਐਡਵਾਂਟੇਜ ਆ ਆਨਲਾਈਨ ਕਮਿਊਨੀਕੇਸ਼ਨ ਦੀ। ਠੀਕ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਲਿਖਾਂਗੇ ਕਿ ਇੱਕ ਤਾਂ ਆਪਣਾ ਹੋ ਗਿਆ ਆਨਲਾਈਨ ਕਮਿਊਨੀਕੇਸ਼ਨ ਹੋ ਗਿਆ, ਇਹਦੇ ਸਟੱਡੀ ਦੇ ਰਿਲੇਟਡ। ਹੁਣ ਜੋਬ ਦੇ ਰਿਲੇਟਡ ਲਿਖਾਂਗੇ ਹੈ ਨਾ, ਜਿਹਦੇ ਕਰਕੇ ਸਾਡਾ ਮੇਨਲੀ ਇਹਨਾਂ ਨੇ ਸਾਨੂੰ ਦਿੱਤਾ ਹੋਇਆ ਵਾ ਸਾਡਾ ਐਸੇ ਆ ਵੀ ਇਨ ਮੈਨੀ ਵਰਕ ਪਲੇਸਿਸ। ਆਪਣਾ ਐਸੇ ਹੈਗਾ ਵਾ ਵੀ ਜੋਬ ਦੇ ਰਿਲੇਟਡ ਜਿਹੜਾ ਆਨਲਾਈਨ ਕਮਿਊਨੀਕੇਸ਼ਨ ਹੋਇਆ ਉਹਦੇ ਕੀ ਫਾਇਦੇ। ਇੱਕ ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਿ ਸਭ ਤੋਂ ਪਹਿਲੇ ਨੰਬਰ 'ਤੇ EMPLOYEE ਆ, ਆਪਣੇ ਘਰ ਤੋਂ ਜੇ ਬਾਈ ਚਾਂਸ ਲੇਟ ਹੁੰਦਾ ਵਾ ਹੈ ਨਾ ਕੰਮ 'ਤੇ ਆਉਣ ਲਈ, ਰਿਮੋਟ ਏਰੀਆ 'ਚ ਰਹਿੰਦਾ, ਤਾਂ ਆਪਣੇ ਘਰ ਤੋਂ ਵਰਕ ਫਰੋਮ ਹੋਮ ਕਰ ਸਕਦਾ ਵਾ, ਜੋਬ ਕਰ ਸਕਦਾ ਆਪਣੀ ਕੰਪਨੀ ਦੇ ਵਿੱਚ। ਲਾਈਕ ਜੇ ਕੋਈ ਉਹ ਆਨਲਾਈਨ ਕੰਮ ਕਰਦਾ ਵਾ ਕੰਪਨੀ ਦਾ, ਜਾਂ ਪ੍ਰੈਜੈਂਟੇਸ਼ਨ ਬਣਾਉਂਦਾ, ਉਹ ਚੀਜ਼ਾਂ ਕਰ ਸਕਦਾ। ਦੂਜੇ ਨੰਬਰ ਦੇ ਉੱਤੇ ਕੰਪਨੀ ਦਾ ਕਾਫੀ ਖਰਚਾ ਬਚਿਆ ਵਾ, ਕੰਪਨੀ ਦਾ ਕਾਫੀ ਸਾਰਾ ਖਰਚਾ ਬਚਿਆ ਵਾ ਇਹ ਆਨਲਾਈਨ ਕਮਿਊਨੀਕੇਸ਼ਨ ਦੇ ਨਾਲ। ਫੋਰ ਐਗਜ਼ਾਮਪਲ ਜੇ ਇੱਕ ਕੰਪਨੀ ਦੀ ਕੋਈ ਮੀਟਿੰਗ ਆ, ਫੋਰਨ ਦੇ ਵਿੱਚ ਮੀਟਿੰਗ ਆ ਹੈ ਨਾ, ਅਤੇ ਹੁਣ ਉਹਨੂੰ ਕੋਈ ਲੋੜ ਨਹੀਂ ਹੈਗੀ ਆਪਣੇ ਇੰਪਲੋਈਜ਼ ਦੇ ਉੱਤੇ ਖਰਚਾ ਕਰਕੇ ਫੋਰਨ ਭੇਜਣ ਦੀ। ਉਹ ਜਸਟ ਜ਼ੂਮ ਮੀਟਿੰਗਸ ਕਰ ਸਕਦੇ ਨੇ, ਗੂਗਲ ਮੀਟ ਕਰ ਸਕਦੇ ਨੇ, ਆਨਲਾਈਨ ਵੀਡੀਓ ਕਾਲਿੰਗ ਦੇ ਉੱਤੇ ਆਪਣੇ ਜਿਹੜੇ ਉਹਨਾਂ ਦੇ ਇੰਪਲੋਈਜ਼ ਨੇ ਉਹਨਾਂ ਦੀ ਕਾਨਫਰੰਸ ਕਰਾ ਸਕਦੇ ਨੇ। ਜ਼ਰੂਰੀ ਨਹੀਂ ਹੈਗਾ ਕਿ ਪੈਸਾ ਲਾ ਕੇ ਉਹਨਾਂ ਨੂੰ ਬਾਹਰ ਭੇਜਣ। ਤੀਸਰੇ ਨੰਬਰ ਦੇ ਉੱਤੇ ਹੁਣ ਜੇ ਉਹਨਾਂ ਨੇ ਇੱਕ ਗਰੁੱਪ ਮੀਟਿੰਗ ਕਰਨੀ ਆਪਣੀ ਪੂਰੀ ਕੰਪਨੀ ਦੇ ਨਾਲ, ਫੋਰ ਇੰਸਟੈਂਸ ਕੰਪਨੀ ਜੇ ਬਹੁਤ ਵੱਡੀ ਆ, ਮੈਨੂੰ ਐਮਾਜ਼ੋਨ ਕੰਪਨੀ ਆ, ਹੁਣ ਜੇ ਜੈਫ ਬੈਜ਼ੋਸ ਨੇ ਆਪਣੀ ਪੂਰੀ ਦੀ ਪੂਰੀ ਕੰਪਨੀ ਦੇ ਨਾਲ ਕੋਈ ਮੀਟਿੰਗ ਕਰਨੀ ਆ ਹੈ ਨਾ, ਜਿਹੜੇ ਹੈਡਸ ਵੀ ਨੇ ਹੈ ਨਾ, ਅਤੇ ਉਹ ਨੀਅਰ ਅਬਾਊਟ ਨਾ 40,000 ਉਹਨਾਂ ਦੀਆਂ ਨਾ ਸਬਸਿਡਰੀਜ਼ ਨੇ ਐਮਾਜ਼ੋਨ ਦੀਆਂ। ਹਰੇਕ ਇੱਕ ਪੂਰੀ ਉਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਾ ਲਓ, ਪੂਰੀ ਦੁਨੀਆ 'ਚ 40,000 ਦੇ ਕਰੀਬਨ ਤਾਂ ਉਹਨਾਂ ਦੀ ਕੰਪਨੀਜ਼ ਨੇ ਐਮਾਜ਼ੋਨ ਦੀਆਂ, ਜਿਹੜੀਆਂ ਜਿਨ੍ਹਾਂ ਨੂੰ ਫੈਕਟਰੀਜ਼ ਕਹਿੰਦੇ ਆ। ਹਰੇਕ ਫੈਕਟਰੀ ਦੇ ਜੇ ਓਨਰ ਨਾਲ ਵੀ ਉਹਨਾਂ ਨੇ ਗੱਲ ਕਰਨੀ ਹੈ ਜੈਫ ਬੇਜ਼ੋਸ ਨੇ, ਤਾਂ 40,000 ਬੰਦੇ ਦੇ ਨਾਲ ਕਾਨਫਰੰਸ ਮੀਟਿੰਗ ਹੋਊਗੀ ਉਹ, ਤੇ ਕਿਤੇ ਵੀ ਪੋਸੀਬਲ ਨਹੀਂ ਹੈਗਾ
ਵੀ ਇਹ ਕਿਸੇ ਗੈਦਰਿੰਗ ਦੇ ਵਿੱਚ 40,000 ਬੰਦਾ ਬਿਠਾ ਕੇ ਮੀਟਿੰਗ ਹੋ ਸਕੇ। ਅਤੇ ਸਾਰਾ ਕੁਛ ਅਵੇਲੇਬਲ ਔਨਲਾਈਨ ਕਮਿਊਨੀਕੇਸ਼ਨ ਦੇ ਨਾਲ ਹੋਊਗਾ ਕਿ ਸਾਰਿਆਂ ਨੂੰ ਜ਼ੂਮ ਮੀਟਿੰਗ ਦੇ ਉੱਤੇ ਲਿੰਕ ਸੈਂਡ ਕੀਤਾ ਜਾਵੇ ਅਤੇ ਨਾਲ ਦੀ ਨਾਲ ਇੱਕ ਬੰਦਾ ਖੜ੍ਹ ਕੇ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇਵੇ ਅਤੇ ਆਪਣੀ ਮੀਟਿੰਗ ਕਰੇ। ਇਸ ਤਰੀਕੇ ਦੇ ਨਾਲ ਜਿਹੜੀ ਵਰਕ ਪਲੇਸ ਦੇ ਉੱਤੇ ਔਨਲਾਈਨ ਕਮਿਊਨੀਕੇਸ਼ਨ ਹੋਈ ਆ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਵਾ। ਅਤੇ ਆਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਲਿਖਣੀਆਂ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਦੋਂ ਆਪਾਂ ਸਟਾਰਟ ਕਰਾਂਗੇ ਨਾ, ਸਟਾਰਟ ਕਰਨ ਦੇ ਨਾਲ ਦੀ ਨਾਲ ਜਿੱਦਾਂ ਆਪਾਂ ਤੂੰ ਕਮੈਂਟਸ ਕੀਤਾ ਉਹਦੇ ਵਿੱਚ ਆਪਾਂ ਦੱਸਣਾ ਕਿ ਔਨਲਾਈਨ ਕਮਿਊਨੀਕੇਸ਼ਨ ਆਈ ਕਿਵੇਂ ਆ। ਆਪਾਂ ਜਿਹੜੇ 2 ਫਾਇਦੇ ਨੇ ਔਨਲਾਈਨ ਸ਼ਾਪਿੰਗ ਦੇ ਅਤੇ ਔਨਲਾਈਨ ਸਟੱਡੀ ਦੇ, ਇਹ ਛੋਟੇ ਛੋਟੇ ਰੱਖਣਾ, ਥੋੜ੍ਹੇ ਵਿੱਚ ਆਪਾਂ ਐਜ਼ ਐਗਜ਼ਾਮਪਲ ਛੋਟਾ ਜਿਹਾ ਦੱਸ ਦੇਣਾ ਵਾ, ਇਹਨੂੰ ਜ਼ਿਆਦਾ ਐਕਸਪਲੇਨ ਨਾ ਕਰੇ। ਬਟ ਇਹਦੇ ਵਿੱਚ ਮੇਨ ਜੋ ਚੀਜ਼ ਐਕਸਪਲੇਨ ਕਰਨੀ ਆ ਫਸਟਲੀ, ਸੈਕੰਡਲੀ, ਥਰਡਲੀ ਕਹਿ ਕੇ ਉਹ ਔਨਲਾਈਨ ਕਮਿਊਨੀਕੇਸ਼ਨ ਐਟ ਵਰਕ ਪਲੇਸ ਕਰਨੀ ਆ ਕਿ ਜਿੱਦਾਂ ਉਹ ਵਰਕ ਫਰੋਮ ਹੋਮ ਕਰ ਸਕਦੇ ਨੇ, ਕੰਪਨੀ ਦਾ ਪੈਸਾ ਬਚਦਾ ਵਾ। ਦੂਜੇ ਨੰਬਰ ਉੱਤੇ ਜੇ ਕੰਪਨੀ ਨੇ ਮਾਸ ਗੈਦਰਿੰਗ ਕਰਨੀ ਆ ਨਾ, ਉਹਦੀ ਲੋੜ ਨਹੀਂ ਹੈਗੀ ਹੈ ਨਾ। ਮਾਸ ਗੈਦਰਿੰਗ ਹੁੰਦੀ ਆ ਕਾਫੀ ਸਾਰੇ ਬੰਦਿਆਂ ਨੂੰ ਇਕੱਠਾ ਇੱਕ ਥਾਂ 'ਤੇ ਕਰਕੇ ਉਹਨਾਂ ਦੇ ਨਾਲ ਮੀਟਿੰਗ ਕਰਨਾ, ਉਹਦੀ ਲੋੜ ਨਹੀਂ ਹੈਗੀ। ਆਪਣਾ ਔਨਲਾਈਨ ਉਹਨਾਂ ਦੇ ਨਾਲ ਮੀਟਿੰਗ ਕਰ ਸਕਦੇ, ਜਸਟ ਉਹਨਾਂ ਨੂੰ ਲਿੰਕ ਸੈਂਡ ਕਰਨ ਦੀ ਲੋੜ ਹੋਊਗੀ। ਇਹ ਸਾਰਾ ਆਪਾਂ ਫਸਟ ਬੋਡੀ ਪੈਰਾਗ੍ਰਾਫ 'ਚ ਲਿਖਣਾ। ਸੈਕਿੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਆਪਾਂ ਲਿਖਾਂਗੇ ਕਿ ਫੇਸ ਟੂ ਫੇਸ ਮੀਟਿੰਗ ਨਹੀਂ ਹੁੰਦੀ ਹੈਗੀ, ਅੱਜ ਕੱਲ੍ਹ ਇਕੱਲੀ ਔਨਲਾਈਨ ਮੀਟਿੰਗ ਹੋ ਰਹੀ ਹੈ ਅਤੇ ਡਿਸਐਡਵਾਂਟੇਜ ਕੀ ਹੈ। ਆਪਾਂ ਔਨਲਾਈਨ ਦੀ ਐਡਵਾਂਟੇਜ ਤਾਂ ਲਿਖਤੀ, ਹੁਣ ਇਹਦੀ ਔਨਲਾਈਨ ਦੀ ਡਿਸਐਡਵਾਂਟੇਜ ਲਿਖਣੀ ਆ। ਹੁਣ ਔਨਲਾਈਨ ਕਮਿਊਨੀਕੇਸ਼ਨ ਦੀ ਡਿਸਐਡਵਾਂਟੇਜ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਘੱਟ ਨੇ, ਠੀਕ ਆ, ਕਿਉਂਕਿ ਆਪਾਂ ਐਡਵਾਂਟੇਜ ਬਹੁਤ ਸਾਰੀਆਂ ਦੱਸਣੀਆਂ ਸੀ, ਡਿਸਐਡਵਾਂਟੇਜ 1 ਜਾਂ 2 ਦੱਸਾਂਗੇ ਆਪਾਂ ਸਿਰਫ। ਹੁਣ ਇਹਦੇ ਵਿੱਚ ਆਪਾਂ ਲਿਖਾਂਗੇ ਹੈ ਨਾ, ਔਨ ਦੀ ਅਦਰ ਹੈਂਡ ਜਾਂ ਔਨ ਕੰਟਰਰੀ ਜਾਂ ਇਨ ਅਦਰ ਪਰਸਪੈਕਟਿਵ ਦੇਰ ਆਰ ਆਲਸੋ some of the disadvantages present of doing communication online, not face to face, because in face to face communication a person can better judge or can interview other person better rather than the online communication। ਕਹਿੰਦੇ ਕਿ ਵੀ ਹੈ ਨਾ ਇਹਦੀਆਂ ਕੁਛ ਡਿਸਐਡਵਾਂਟੇਜਿਸ ਵੀ ਹੈਗੀਆਂ ਨੇ, ਜਿੱਦਾਂ ਕਿ ਔਨਲਾਈਨ ਕਮਿਊਨੀਕੇਸ਼ਨ ਨਾਲੋਂ ਫੇਸ ਟੂ ਫੇਸ ਕਮਿਊਨੀਕੇਸ਼ਨ ਦੇ ਵਿੱਚ ਦੂਜੇ ਪਰਸਨ ਨੂੰ ਬੈਟਰ ਜੱਜ ਕੀਤਾ ਜਾ ਸਕਦਾ ਵਾ ਜਦ ਆਪਾਂ ਇੰਟਰਵਿਊ ਕਰਦੇ ਹਾਂ। ਬਟ ਔਨਲਾਈਨ ਜਦ ਇੰਟਰਵਿਊ ਹੁੰਦੀ ਆ ਤਾਂ ਇੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਜੱਜ ਨਹੀਂ ਹੁੰਦਾ, ਜਿਹਦੇ ਕਰਕੇ ਇੰਪਲੋਈਜ਼ ਮਾੜੇ ਭਰਤੀ ਹੋ ਸਕਦੇ ਨੇ ਕੰਪਨੀ ਦੇ ਵਿੱਚ, ਠੀਕ ਆ। ਕੰਪਨੀ 'ਚ ਮਾੜੇ ਇੰਪਲੋਈਜ਼ ਭਰਤੀ ਹੋ ਸਕਦੇ ਨੇ ਔਨਲਾਈਨ ਕਮਿਊਨੀਕੇਸ਼ਨ ਕਰਕੇ। ਦੂਸਰੇ ਨੰਬਰ ਦੇ ਉੱਤੇ ਔਨਲਾਈਨ ਕਮਿਊਨੀਕੇਸ਼ਨ ਉਦੋਂ ਤੱਕ ਹੈ ਜਦੋਂ ਤੱਕ ਇੰਟਰਨੈਟ ਹੈ, ਠੀਕ ਹੈ ਨਾ। ਵਿਦਾਊਟ ਇੰਟਰਨੈਟ ਐਜ਼ ਵੈਲ ਐਜ਼ ਵਿਦਾਊਟ ਇੰਟਰਪਸ਼ਨ ਐਜ਼ ਵੈਲ ਐਜ਼ ਵਿਦ ਦੀ ਇੰਟਰਪਸ਼ਨ ਇਨ ਦੀ ਇੰਟਰਨੈਟ ਔਰ ਵਿਦਾਊਟ ਇਲੈਕਟ੍ਰੀਸਿਟੀ ਔਨਲਾਈਨ ਕਮਿਊਨੀਕੇਸ਼ਨ ਇਜ਼ ਨਥਿੰਗ, ਠੀਕ ਆ। ਬਿਕੋਜ਼ ਫॉर इंस्टांस कह लो, फॉर इंस्टांस एट रिमोट एरियाज या कह लो एट मोस्ट ऑफ द रूरल एरियाज, people who come from rural areas, not any service of internet is available at there, as well as if available it is barely reached to the people, ठीक है। ਹੁਣ ਇਹਦੀ ਪੰਜਾਬੀ ਦੱਸਦਾ ਕਿ ਵੀ ਭਾਵੇਂ ਕਿ ਸਾਰਾ ਕੁਝ ਵਧੀਆ ਹੋਵੇ ਵੀ ਤਾਂ ਵੀ ਜਿਹੜਾ ਔਨਲਾਈਨ ਕਮਿਊਨੀਕੇਸ਼ਨ ਆ 2 ਚੀਜ਼ਾਂ 'ਤੇ ਡਿਪੈਂਡ ਆ, ਇੱਕ ਤਾਂ ਇੰਟਰਨੈਟ, ਦੂਸਰਾ ਇਲੈਕਟ੍ਰੀਸਿਟੀ। ਜੇ ਦੋਨਾਂ ਦੇ ਵਿੱਚ ਕੋਈ ਵੀ ਇੱਕ ਚੀਜ਼ ਖਰਾਬ ਹੁੰਦੀ ਆ ਤਾਂ ਔਨਲਾਈਨ ਕਮਿਊਨੀਕੇਸ਼ਨ ਖਰਾਬ ਹੋ ਜਾਂਦਾ। ਅਤੇ ਉੱਤੋਂ ਇਹ ਇੱਕ ਲਿਮਿਟਡ ਆ, ਇਹ ਇੱਕ ਲਿਮਿਟਡ ਅਮਾਊਂਟ ਤੱਕ ਪ੍ਰੈਜੈਂਟ ਆ। ਲਾਈਕ ਜੇ ਰੂਰਲ ਏਰੀਆ ਦੇ ਵਿੱਚ ਜਾਂਦੇ ਹਾਂ ਤਾਂ ਜਿੱਦਾਂ ਪੇਂਡੂ ਇਲਾਕਾ ਜਾਂ ਕੋਈ ਰਿਮੋਟ ਏਰੀਆ, ਜਿੱਦਾਂ ਕੋਈ ਪਹਾੜਾਂ 'ਤੇ ਰਹਿੰਦਾ ਹੋਵੇ ਜਾਂ ਕਿਤੇ ਹੋਰ ਰਹਿੰਦਾ ਹੋਵੇ, ਉੱਥੋਂ ਆਪਣੇ ਆਫਿਸ ਦਾ ਕੰਮ ਨਹੀਂ ਕਰ ਸਕਦਾ, ਬਿਕੋਜ਼ ਉੱਥੇ ਕਾਫੀ ਜ਼ਿਆਦਾ ਨਾ ਇਹਨਾਂ ਚੀਜ਼ਾਂ ਦੀ ਕਮੀ ਰਹਿੰਦੀ ਆ। ਜਾਂ ਤਾਂ ਇੰਟਰਨੈਟ ਦੀ ਕਮੀ ਰਹੂਗੀ ਉੱਥੇ ਹਮੇਸ਼ਾ, ਜਾਂ ਉੱਥੇ ਇਲੈਕਟ੍ਰੀਸਿਟੀ ਦੀ ਕਮੀ ਰਹੂਗੀ। ਜੇ ਹੋਊਗਾ ਵੀ ਤਾਂ ਮਸੀਂ ਪਹੁੰਚ ਰਿਹਾ ਹੋਊਗਾ, ਕਾਫੀ ਲਿਮਿਟਡ ਅਮਾਊਂਟ ਹੋਊਗੀ। ਤਾਂ ਕਰਕੇ ਇਹਦੀਆਂ ਕੁਝ ਕੁ ਡਿਸਐਡਵਾਂਟੇਜਿਸ ਵੀ ਹੈਗੀਆਂ ਜਿਨ੍ਹਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਦੇ ਵਿੱਚ ਆਪਾਂ ਸਿੰਪਲੀ ਇੱਕ ਰਿਜ਼ਲਟ ਲਿਖਾਂਗੇ, ਉਹਨੂੰ ਲਿਖਾਂਗੇ ਆਲਦੋ ਯੈਟ ਵਾਲਾ ਰਿਜ਼ਲਟ। ਇਨ ਕਨਕਲੂਜਨ, ਆਲਦੋ ਦੇਰ ਆਰ ਸਮ ਆਫ ਦੀ ਡਰਾਬੈਕਸ ਆਫ ਔਨਲਾਈਨ ਕਮਿਊਨੀਕੇਸ਼ਨ, ਯੈਟ ਇਟਸ ਮੈਰਿਟਸ ਕੈਨੋਟ ਬੀ ਡਿਨਾਈਡ, ਠੀਕ ਆ। ਵੀ ਭਾਵੇਂ ਕਿ ਇਹਦੇ ਕੁਝ ਕੁ ਡਰਾਬੈਕਸ ਹੈਗੇ ਨੇ, ਜਾਣੀ ਡਿਸਐਡਵਾਂਟੇਜਿਸ ਹੈਗੇ ਨੇ, ਬਟ ਇਹਦੇ ਮੈਰਿਟਸ ਨੇ ਉਹ ਡਿਨਾਈ ਨਹੀਂ ਕੀਤੇ ਜਾ ਸਕਦੇ, ਜਾਣੀ ਇਗਨੋਰ ਨਹੀਂ ਕੀਤੇ ਜਾ ਸਕਦੇ ਇਸਦੇ ਮੈਰਿਟਸ, ਠੀਕ ਆ।